ਗੁਰੂ ਪੀਰ ਜੀ ਨੇ ਕਿਹਾ ਕਿ ਅਸੀਂ ਇਸ ਸਰਵ ਧਰਮ ਸਰਵ ਭੂਮ ਨਿਯਮਾਂ ਦੀ ਜਾਣਕਾਰੀ ਬਹੁਤ ਸਰਲ ਤਰੀਕੇ ਨਾਲ ਦੇਵਾਂਗੇ। ਇਸ ਦੇ ਇਲਾਵਾ ਅਸੀਂ ਆਪ ਨੂੰ ਇਹ ਵਿਵਹਾਰਿਕ ਪ੍ਰਕਿਰਿਆ ਵੀ ਦੱਸਾਂਗੇ ਜਿਸ ਦੇ ਦੁਆਰਾ ਆਪ ਜੋ ਕੁਝ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਇਹਨਾਂ ਨਿਯਮਾਂ ਦੇ ਸੁੱਧ ਆਦੇਸ਼ ਨਾਲ ਪ੍ਰਾਪਤ ਕਰ ਸਕੋਗੇ। ਰੱਬ ਨੂੰ ਪਾਣਾ ਚਾਹੁੰਦੇ ਹੋ, ਰੱਬ ਨੂੰ ਪਾ ਸਕੋਗੇ। ਮੋਕਸ਼ ਦੀ ਪ੍ਰਾਪਤੀ ਚਾਹੁੰਦੇ ਹੋ, ਮੋਕਸ਼ ਪ੍ਰਾਪਤ ਕਰ ਸਕੋਗੇ। ਜਿੰਦੇ ਜੀ ਨਕਦੋ ਨਕਦ ਸੌਦਾ ਹੋ ਜਾਏਗਾ। ਇੱਕ ਵਾਰ ਇਸ ਨਿਯਮ ਵਾਲੇ ਪਾਸੇ ਉਤਰ ਕੇ ਤਾਂ ਦੇਖੋ। ਐ ਜੀ ਇੱਕ ਵਾਰ ਇਸ ਪਾਸੇ ਵੱਲ ਚੱਲ ਕੇ ਤਾਂ ਦੇਖ। ਅਸੀਂ ਜਾਣਦੇ ਹਾਂ ਕਿ ਆਪ ਜਲਦ ਹੀ ਇਸ ਰਚਨਾਤਮਕ ਨਿਰੰਤਰਨ ਨੂੰ ਸਿੱਖ ਕੇ ਆਪਣੇ ਜੀਵਨ ਦੇ ਅਨੁਭਵਾਂ ਨੂੰ ਖੋਜ ਲਵੋਗੇ। ਸਾਨੂੰ ਪਤਾ ਹੈ ਕਿ ਇਸ ਨਾਲ ਆਪ ਨੂੰ ਸਭ ਤੋਂ ਵੱਧ ਮਹੱਤਵਪੂਰਨ ਸੁਤੰਤਰਤਾ ਭਾਵ ਆਜ਼ਾਦੀ ਵੀ ਹੋਵੇਗੀ ਔਰ ਸਵੀਕਾਰਤਾ ਦੀ ਕਲਾ ਵੀ ਸਿੱਖ ਜਾਓਗੇ। ਪਰ ਇਸ ਵਿੱਚ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਹੈ ਕਿ ਆਪ ਇਹ ਸਭ ਕੁਝ ਪਹਿਲਾਂ ਹੀ ਜਾਣਦੇ ਹੋ। ਦਾਸ ਦਾ ਕੰਮ ਕੇਵਲ ਆਪ ਨੂੰ ਯਾਦ ਕਰਵਾਉਣਾ ਹੈ। ਆਪ ਤਾਂ ਪਹਿਲਾਂ ਹੀ ਇਸ ਤੋਂ ਭਲੀ ਭਾਂਤ ਪਰਿਚਿਤ ਹੋ, ਜਾਣਕਾਰੀ ਰੱਖਦੇ ਹੋ। ਦਾਸ ਚਾਹੁੰਦਾ ਹੈ ਕਿ ਆਪ ਸ੍ਰਿਸ਼ਟੀ ਵਿਚਲੇ ਆਪਣੇ ਗਹਿਰੇ ਮਹੱਤਵ ਨੂੰ ਫਿਰ ਤੋਂ ਸਮਝ ਲਓ, ਕਿਉਂਕਿ ਇਹਨਾਂ ਸਭਨਾਂ ਦਾ ਕੇਂਦਰ ਬਿੰਦੂ ਆਪ ਹੀ ਹੋ ਜੋ ਬ੍ਰਹਿਮੰਡ ਨੂੰ ਹਰੇਕ ਵਿਚਾਰ, ਸ਼ਬਦ ਜਾਂ ਕੰਮ ਦੁਆਰਾ ਪ੍ਰਭਾਵਿਤ ਕਰਦਾ ਹੈ। ਆਪ ਆਪਣਾ ਅਸਤਿਤਵ, ਆਪਣੀ ਹੋਂਦ, ਆਪਣੀ ਐਗਜ਼ਿਸਟੈਂਸ ਨੂੰ ਬਚਾਏ ਰੱਖਣ ਲਈ ਕੋਈ ਗਰੀਬ, ਗਿਰੇ ਹੋਏ ਜਾਂ ਸ਼ੂਦਰ ਜੀਵ ਨਹੀਂ ਹੋ। ਸ਼ੂਦਰ ਇਨਸਾਨ ਨਹੀਂ ਹੈ, ਬਲਕਿ ਨਿਰਮਾਤਾਵਾਂ ਵਿੱਚ ਪਹਿਲੇ ਗਿਆਨੀ ਹੋ। ਇਸ ਪੂਰੇ ਬ੍ਰਹਿਮੰਡ ਵਿੱਚ ਪਹਿਲੇ ਗਿਆਨੀ ਆਪ ਹੋ ਔਰ ਇਸ ਬ੍ਰਹਿਮੰਡ ਦੀਆਂ ਸਭ ਸ਼ਕਤੀਆਂ ਆਪ ਤੇ ਨਿਰੰਤਰਨ ਵਿੱਚ ਹਨ। ਸਿਰਫ ਆਕਰਸ਼ਣ ਦਾ ਨਿਯਮ ਅਪਣਾਉਣ ਦੀ ਲੋੜ ਹੈ। ਦਾਸ ਚਾਹੁੰਦਾ ਹੈ ਕਿ ਆਪ ਆਪਣਾ ਮਹੱਤਵ ਪਹਿਚਾਨੋ। ਇਸ ਨੂੰ ਸਮਝਣ ਤੇ ਆਪ ਇਸ ਬਹੁਮੁੱਲੀ ਧਰੋਹਰ ਤੋਂ ਵੰਚਿਤ ਨਹੀਂ ਰਹਿ ਜਾਓਗੇ ਜੋ ਆਪ ਦੇ ਲਈ ਆਪ ਦੇ ਅੰਦਰ ਮੌਜੂਦ ਹੈ। ਆਪ ਦੇ ਇਸ ਹਰੇਕ ਅਨੁਭਵ ਦਾ ਲਾਭ ਪੂਰੇ ਬ੍ਰਹਿਮੰਡ ਨੂੰ ਮਿਲਦਾ ਹੈ। ਇਸ ਲਈ ਦਾਸ ਚਾਹੁੰਦਾ ਹੈ ਕਿ ਆਪ ਆਪਣੀ ਮਿਹਨਤ ਦਾ ਫਲ ਹੁਣ ਅਤੇ ਇੱਥੇ ਹੀ ਪ੍ਰਾਪਤ ਕਰੋ। ਇਸੇ ਹੀ ਜੀਵਨ ਵਿੱਚ ਪ੍ਰਾਪਤ ਕਰੋ, ਭਾਵ ਵਰਤਮਾਨ ਵਿੱਚ ਮਨੁੱਖਾ ਜਨਮ ਵਿੱਚ ਹੀ ਪ੍ਰਾਪਤ ਕਰੋ। ਅਸੀਂ ਜਾਣਦੇ ਹਾਂ ਕਿ ਆਪ ਨੂੰ ਉਹ ਕੁੰਜੀ ਮਿਲ ਜਾਏਗੀ ਜਿਸ ਨਾਲ ਆਪ ਦਾ ਜੀਵਨ ਉਹਨਾਂ ਅਨੁਭਵਾਂ ਨੂੰ ਪ੍ਰਾਪਤ ਕਰ ਸਕੇਗਾ ਜਿਨ੍ਹਾਂ ਦੇ ਬਾਰੇ ਵਿੱਚ ਆਪ ਨੇ ਇਹ ਸਰੀਰ ਧਾਰਨ ਕਰ ਰੱਖਿਆ ਹੈ। ਦਾਸ ਆਪ ਨੂੰ ਆਪਣੇ ਜੀਵਨ ਦੇ ਉਦੇਸ਼ ਪੂਰੇ ਕਰਨ ਲਈ ਸਹਾਇਤਾ ਕਰੇਗਾ। ਦਾਸ ਜਾਣਦਾ ਹੈ ਕਿ ਇਹ ਆਪ ਦੇ ਲਈ ਮਹੱਤਵਪੂਰਨ ਹੈ ਕਿਉਂਕਿ ਅਸੀਂ ਤੁਹਾਨੂੰ ਇਹ ਕਹਿੰਦੇ ਹੋਏ ਸੁਣਦੇ ਹਾਂ ਕਿ ਇਹ ਮੈਂ ਇੱਥੇ ਕਿਉਂ ਹਾਂ। ਮੈਂ ਆਪਣੇ ਜੀਵਨ ਨੂੰ ਹੋਰ ਬਿਹਤਰ ਕਿਵੇਂ ਬਣਾ ਸਕਦਾ ਹਾਂ। ਮੈਂ ਸਹੀ ਦੀ ਪਹਿਚਾਣ ਕਿੱਦਾਂ ਕਰ ਸਕਦਾ ਹਾਂ। ਇਹ ਕੁਐਸਚਨ ਮਾਰਕ ਹੋ ਰਹੇ ਨੇ। ਗੁਰੂ ਪੀਰ ਇਹਨਾਂ ਸਭ ਗੱਲਾਂ ਦਾ ਜਵਾਬ ਦੇਣ ਲਈ ਇਸ ਦੁਨੀਆ ਤੇ ਆਉਂਦੇ ਹਨ ਔਰ ਆਪ ਦੇ ਸਭ ਪ੍ਰਸ਼ਨਾਂ ਦਾ ਉੱਤਰ, ਆਪ ਦੇ ਸਭ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਨ। ਤੁਸੀਂ ਦੱਸੋ। ਗੁਰੂ ਪੀਰ ਕਹਿੰਦੇ ਹਨ ਕਿ ਸਾਡੇ ਕੋਲ ਪੂਰੀ ਸ੍ਰਿਸ਼ਟੀ ਤੇ ਸਰਵ ਧਰਮ ਸਰਵ ਭੂਮ ਫਾਰਮੂਲਾ ਹੈ। ਇਹ ਤਿੰਨੇ ਸਰਵਭੂਮ ਨਿਯਮ ਠੀਕ ਢੰਗ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੋ। आकर्षण, शुद्धोदेशे और स्वीकारता।
आकर्षण शब्द हठ वाला है और हठ आकर्षण दे सिमिलर है। आकर्षण ਦਾ ਨਿਯਮ ਪਹਿਲਾ ਨਿਯਮ ਹੈ। ਜੇਕਰ ਇਸ ਆਕਰਸ਼ਣ ਦੇ ਨਿਯਮ ਨੂੰ ਸਹੀ ਤਰੀਕੇ ਨਾਲ ਨਾ ਸਮਝਿਆ ਜਾਂ ਇਸ ਦਾ ਪ੍ਰਭਾਵ ਠੀਕ ਤਰੀਕੇ ਨਾਲ ਨਾ ਕਰ ਸਕੇ ਤਾਂ ਆਪਣੇ ਦੂਸਰੇ ਨਿਯਮ ਸੁਧ ਉਦੇਸ਼ ਦਾ ਵਿਗਿਆਨ और तीसरे नियम स्वीकारता दी कला का भी उपयोग नहीं कर पाओगे। आपनू दूसरे नियम नू समझन और वर्तमान तो पहले नियम नू भली भांत समझना होएगा। जो पहला नियम है जब उन्होंने समझोगे तो ताई दूसरा नियम जो है समझ आएगा, अगे नहीं चलते जाना। आप दूसरे नियम ਨੂੰ ਸਮਝਣ और वर्तमान तो पहले नियम ਨੂੰ भली भांत समझना होएगा। इसी तरह तीसरे नियम ਨੂੰ समझਣ और वर्तन तो पहले और दूसरे नियम ਨੂੰ ਦੀ समझ होनी चाहिए है। पहले नियम आकर्षण ਦਾ नियम पहले नियम आकर्षण अनुसार जो ਇੱਕੋ ਜਿਹੇ ਹੋਣ ਉਹਨਾਂ ਵਿੱਚ ਆਕਰਸ਼ਣ ਹੁੰਦਾ ਹੈ। ਜਦਕਿ ਦੇਖਣ ਵਿੱਚ ਇਹ ਗੱਲ ਬਹੁਤ ਸਰਲ ਲੱਗਦੀ ਹੈ, ਪਰ ਇਹ ਪੂਰੇ ਬ੍ਰਹਿਮੰਡ ਦਾ ਸ਼ਕਤੀਸ਼ਾਲੀ ਨਿਯਮ ਹੈ। ਅਜਿਹਾ ਨਿਯਮ ਜੋ ਸਭ ਚੀਜ਼ਾਂ ਤੇ ਇੱਕੋ ਸਮੇਂ ਲਾਗੂ ਹੁੰਦਾ ਹੈ। ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਇਸ ਸ਼ਕਤੀਸ਼ਾਲੀ ਨਿਯਮ ਤੋਂ ਦੂਰ ਹੋਵੇ। ਇਹ ਆਕਰਸ਼ਣ ਦਾ ਨਿਯਮ ਹੈ। तो शुद्ध उद्देश्य दूसरा नियम है। दूसरा नियम है शुद्ध उद्देश्य सिरजना का विज्ञान है। मैं जिन्हां चीज़ां ते विचार करदा हां और जिन्हां नूं पाउण दा मैनूं भरोसा जां उम्मीद है। जिस तरह संखेप विच आप जिस दे संबंध विच विचार करदे हो आप नूं ओहो ही प्राप्त हुंदा है। फिर चाहे वो आप नूं पसंद होवे जां ना होवे। शुद्ध उद्देश्य सिरजना का विज्ञान वास्तव विच अपने विचारां दा शुद्ध उद्देश्य वरतना है। अगर आपने इसनूं समझे बिना इस्तेमाल किया तां आप इस दे द्वारा खुद का निर्माण कर बैठोगे, चाहे वो अच्छा होवे चाहे बुरा होवे। शुद्ध उद्देश्य का बहुत महत्व है। शुद्ध उद्देश्य तैयार करना है कि एक बारी कहन सुनने नाल तैयार नहीं हो जाएगा। तो स्वीकारता दी कला तीसरा नियम है। स्वीकारता दी कला तीसरा नियम है। मैं जो हाँ वो ही हाँ और मैं होर सब नूं ही जिस तरह दे हन उसे तरह का ही स्वीकार करदा। कोई जिद्दां दा भी है मैं उन्होंने उस तरह का ही स्वीकार करता हाँ। जब आप होर लोगों नूं उन्हां दी वर्तमान स्थिति विच स्वीकार कर लवोगे तो उन्हां ते अजिहा ना करन ते भी आप स्वीकारकर्ता दी भूमिका विच आ जाओगे। वो स्वीकार तुहानूं करन जां ना करन, लेकिन उन्हां दे अजिहा करन ते भी आप स्वीकारकर्ता दी भूमिका विच आ जाओगे। लेकिन आप इस बिंदु तक तद तक नहीं पहुंच पाओगे जब तक आप ये ना समझ जाओ कि आपनूं जो कुछ प्राप्त हो रहा है वो किद्दां मिल रहा है। जब तक आप ये ना समझ जाओ कि आपनूं जो कुछ प्राप्त हो रहा है वो किद्दां प्राप्त हो रहा है, किद्दां मिल रहा है। जब आप समझ जाओगे कि कोई भी होर व्यक्ति तब तक तुहाडे अनुभव विच शामिल नहीं हो सकेगा जब तक आपने विचारां द्वारा जां उन्हां दा ध्यान करके सदा नहीं भेजा। जब तक तुसीं सदा नहीं भेजदे तब तक कोई भी किसी का अनुभव तुहाडे विच शामिल नहीं हो सकेगा। इसी तरह सब परिस्थितियां आपदे अनुभव का हिस्सा तद बन जांदियां हन ਜਾਂ बन सकदियां हन जद आपने उन्हां विचारां नूं सदा दिता होवे। तद ही आप उन्हां नूं अपने जीवन अनुभव विच
ਪ੍ਰਤੱਖ ਕਰਨ ਵਾਲੇ ਸਵੀਕਾਰ ਕਰਤਾ ਬਣ ਸਕੋਗੇ। ਇਹਨਾਂ ਤਿੰਨਾਂ ਨਿਯਮਾਂ ਦਾ ਆਪ ਜੀ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦ ਇਹ ਤਿੰਨ ਨਿਯਮ ਸਮਝੋਗੇ ਤੁਸੀਂ ਪੂਰਨ ਗਿਆਨੀ ਬਣ ਜਾਓਗੇ। ਦੁਨੀਆ ਦੀ ਕੋਈ ਚੀਜ਼ ਤੁਹਾਡੇ ਅੱਗੇ ਨਹੀਂ ਅੜੇਗੀ, ਨਾ ਭੌਤਿਕਵਾਦੀ ਸੰਸਾਰ ਦੇ ਕੋਈ ਮਸਲਾ ਤੁਹਾਡਾ ਬਾਕੀ ਰਹਿ ਜਾਏਗਾ। ਤੁਸੀਂ ਇਸ ਇੱਕ ਰੱਬ ਦੇ ਵਿੱਚ ਇੱਕਮਿਕ ਹੋ ਜਾਓਗੇ। ਇਹ ਰੂਹ ਰੱਬ ਨਾਲ ਮਿਲਾਪ ਕਰ ਲੇਗੀ, ਇਹ ਆਤਮਾ ਪਰਮਾਤਮਾ ਨਾਲ ਮਿਲਾਪ ਕਰ ਲੇਗੀ, ਇਹ ਸੁਰਤ ਸ਼ਬਦ ਨਾਲ ਜੁੜ ਜਾਏਗੀ, ਇਹ ਸੋਲ ਗॉड ਵਿੱਚ ਲੀਨ ਹੋ ਜਾਏਗੀ। ਇਹਨਾਂ ਤਿੰਨ ਸ਼ਕਤੀਸ਼ਾਲੀ ਸਰਵ ਧਰਮ ਸਰਵ ਭੂਮ ਨਿਯਮਾਂ ਨੂੰ ਸਮਝਣ ਔਰ ਇਹਨਾਂ ਦੇ ਸੁਧ ਉਦੇਸੇ ਦਾ ਉਪਯੋਗ ਦੁਆਰਾ ਅਜਿਹੀ ਆਨੰਦਦਾਇਕ ਸੁਤੰਤਰਤਾ ਦਾ ਅਹਿਸਾਸ ਹੋਏਗਾ ਜਿਸ ਨਾਲ ਆਪ ਆਪਣੇ ਜੀਵਨ ਵਿੱਚੋਂ ਜੋ ਚਾਹੋ ਵੈਸਾ ਹੀ ਅਨੁਭਵ ਕਰ ਸਕਦੇ ਹੋ। ਇੱਕ ਵਾਰ ਜਦ ਇਹ ਸਮਝ ਜਾਓਗੇ ਕਿ ਆਪਦੇ ਅਨੁਭਵਾਂ ਵਿੱਚ ਸਭ ਲੋਕ ਹਾਲਾਤ ਔਰ ਘਟਨਾਵਾਂ ਨੂੰ ਆਪ ਖੁਦ ਹੀ ਸੱਦਾ ਦਿੰਦੇ ਹੋ तो आप अपना जीवन वैसा ही व्यतीत करोगे जिस तरह आपने इस शरीर दे ਲਈ ਸੋਚ ਰੱਖਿਆ ਸੀ। ਇਸ ਆਕਰਸ਼ਣ ਦੇ ਨਿਯਮ ਦੀ ਸਮਝ ਸਹਿਤ ਸੁਧ ਉਦੇਸੇ ਸੁਰਜਣਾ ਦੁਆਰਾ आपने जीवन अनुभवों ਦਾ ਖੁਦ ਨਿਰਮਾਣ ਕਰਨ ਦੀ ਏਕਾਂਸ਼ਾ ਰੱਖ ਕੇ ਅੰਤ ਵਿੱਚ ਆਪ ਇਸ ਬੇਮਿਸਾਲ ਸੁਤੰਤਰਤਾ ਦੇ ਵੱਲ ਵਧ ਰਹੇ ਹੋਗੇ ਜਿਸ ਨੂੰ ਕੇਵਲ ਸਵੀਕਾਰਤਾ ਦੀ ਕਲਾ ਔਰ ਪੂਰਨ ਸਮਝ ਦੇ ਉਪਯੋਗ ਨਾਲ ਹੀ ਪ੍ਰਾਪਤ ਕਰਨਾ ਸੰਭਵ ਹੈ। The law of attraction ਸਰਵਭੂਮ ਨਿਯਮ ਦੀ ਪਰਿਭਾਸ਼ਾ ਦਾਸ ਨੇ ਦਾ law of attraction ਸਰਵਭੂਮ ਨਿਯਮ ਦੀ ਪਰਿਭਾਸ਼ਾ ਨੂੰ ਸੰਤਾਂ ਵਿੱਚ ਪੇਸ਼ ਕਰਨ ਲਈ ਇੱਕ ਤਰੀਕਾ ਇੱਕ ਯੁਗਤ ਰਾਹੀਂ ਪੇਸ਼ ਕਰਨ ਦੀ ਵਿਉਂਤਬੰਦੀ ਕੀਤੀ ਹੈ ਜਿਸ ਵਿੱਚ ਇੱਕ ਗੁਰੂ ਔਰ ਚੇਲਾ ਸਿੱਖ ਔਰ ਸਵਾਮੀ ਸੇਵਕ ਔਰ ਸਵਾਮੀ ਇਸ ਇੱਕ ਪ੍ਰਭੂ ਪਰਮੇਸ਼ਰ ਪਰਮਾਤਮਾ ਇੱਕ ਓੰਕਾਰ ਕਰਤਾ ਕਰਤਾਰ ਈਸ਼ਵਰ ਅੱਲਾਹ ਗॉड ਦੀ ਇਸ ਕਾਦਰ ਦੀ ਕੁਦਰਤ ਦੇ ਬਣਾਏ ਹੋਏ ਨਿਯਮਾਂ ਨੂੰ ਪ੍ਰਸ਼ਨਾਂ ਉੱਤਰਾਂ ਔਰ ਸਵਾਲਾਂ ਜਵਾਬਾਂ ਵਿੱਚ ਪੇਸ਼ ਕਰ ਰਹੇ ਹਨ। तो दास ये जो प्रश्न उत्तरों का सिलसिला है इसनू अगले एपीसोड विच आप जी दे सामने पेश करेगा। दास हथ बन के बेनती करता है कि इन्हां नियमां नूं समझण दी कोशिश कर लो, अपना जीवन सौखा कर लो, सौखा आसान कर लो, आसान जीवन जियो। आप इस जीवन ਨੂੰ ਬਹੁਤ ਜ਼ਿਆਦਾ ਬੇਕਾਰ ਕਰ ਰੱਖਿਆ ਹੈ। ਆਪ ਜੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੇ ਅੰਦਰ ਕਿਹੜਾ ਨਿਯਮ ਕੰਮ ਕਰ ਰਿਹਾ ਹੈ। ਨਿਯਮ ਤਾਂ ਕੰਮ ਕਰ ਹੀ ਰਿਹਾ ਹੈ ਲੇਕਿਨ ਨਾ ਸਮਝਦੇ ਹੋਏ ਨਾ ਸਮਝੀ ਵਿੱਚ ਕੋਈ ਵੀ ਕੀਤਾ ਹੋਇਆ ਕੰਮ ਕਦੇ ਵੀ ਫਲਦਾਇਕ ਨਹੀਂ ਹੁੰਦਾ। ਸਮਝ ਕੇ ਕਰੋ ਫਿਰ ਪ੍ਰੋਪਰ ਫਲ ਮਿਲੇਗਾ। इस दुनिया में लोग सुखी परलोक सुहेले बन जाओगे। गुरु प्यारेओ दास दी इस बेनती नूं जरूर समझण दी कोशिश करो। इस बेनती दे विच बड़ा वड्डा राज छुपिया होया है जो दास दी समझ विच आ गया है। दास संगतां दे नाल इह शेयर करना चाहता है। संगतां इस नूं पूर्ण तरीके नाल वधिया तरीके नाल समझण दी कोशिश करन ते अपना जीवन सुखी कर लैण। सो गुरु प्यारी साध संगत सर्व धर्मा